ਸਿੱਖ ਜਗਤ ਦੇ ਵਿੱਚ ਬਹੁਤ ਵਾਰੀ ਅਕਸਰ ਗਿਆਨ ਦਾ ਸਵਾਲ ਆਉਂਦਾ ਹੈ ਕਿ ਗਿਆਨ ਅਸਲ ਦੇ ਵਿੱਚ ਹੈ ਕੀ? ਆਪਣੀ ਆਪਣੀ ਸੋਝੀ ਆ, ਆਪਣੇ ਆਪਣਾ ਗਿਆਨ ਜਿੰਨਾ ਕੁ ਅਸੀਂ ਅਬਜ਼ੋਰਵ ਕਰ ਸਕਦੇ ਹਾਂ, ਗ੍ਰਹਿਣ ਕਰ ਸਕਦੇ ਹਾਂ, ਉਸ ਹਿਸਾਬ ਨਾਲ ਅਸੀਂ ਇਸ ਦੀ ਵਿਆਖਿਆ ਕਰਦੇ ਹਾਂ। ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਹਾਂ, ਛੋਟੇ ਹੁੰਦੇ ਹਾਂ, ਤਾਂ ਅਕਸਰ ਜੋ ਸਕੂਲ ਦੇ ਵਿੱਚ ਅਸੀਂ ਸਿੱਖਿਆ ਆ, ਕੈਮਿਸਟਰੀ ਸਿੱਖੀ ਆ, ਫਿਜ਼ਿਕਸ ਸਿੱਖੀ ਆ, ਹਿਸਾਬ ਕਿਤਾਬ ਸਿੱਖਿਆ, ਅੰਗਰੇਜ਼ੀ ਸਿੱਖੀ, ਪੰਜਾਬੀ ਸਿੱਖੀ, ਸਾਨੂੰ ਉੱਥੇ ਵੀ ਇਹੀ ਕਹਿੰਦੇ ਨੇ ਕਿ ਇਹ ਤੁਸੀਂ ਗਿਆਨ ਲੈ ਲਓ, ਨੌਲੇਜ। ਤੇ ਉਹ ਅਸੀਂ ਸਿੱਖਦੇ ਸਿੱਖਦੇ ਅਸੀਂ ਬੈਚਲਰਸ ਕਰ ਲਈਦੀ ਆ, ਮਾਸਟਰਸ ਕਰ ਲਈਦੀ ਆ, PhD ਤੱਕ ਪਹੁੰਚ ਜਾਈਦਾ ਤੇ ਅਸੀਂ ਇਹ ਕਹਿੰਦੇ ਕਿ ਅਸੀਂ ਬਹੁਤ ਗਿਆਨ ਇਕੱਠਾ ਕਰ ਲਿਆ। ਇਹ ਸਾਡੀ ਡੈਫੀਨੇਸ਼ਨ ਹੈ ਕਿ ਗਿਆਨ। ਅਸੀਂ ਇਸ ਚੀਜ਼ ਨੂੰ ਗਿਆਨ ਮੰਨ ਲਈਦਾ ਆ, ਇਹ ਜਿਹੜਾ ਹੈਗਾ ਵੀ ਹੈ ਕਈ ਵਾਰੀ, ਕਿ ਦੋ ਤੱਤ ਜਦੋਂ ਮਿਲਦੇ ਨੇ ਤਾਂ ਉਹਦਾ ਕੀ ਨਤੀਜਾ ਨਿਕਲਦਾ ਹੈ, ਇਹ ਗਿਆਨ ਹੈ। ਤੇ ਜਿਹਨੂੰ ਇਹਦਾ ਨਹੀਂ ਪਤਾ ਉਹ ਅਗਿਆਨ ਹੈ। ਮੈਂ ਗਿਆਨੀ ਹਾਂ ਕਿਉਂਕਿ ਮੈਨੂੰ ਇਹ ਪਤਾ ਹੈ, ਮੇਰਾ ਜ਼ਿਆਦਾ ਗਿਆਨਵਾਨ ਹੈ, ਮੈਨੂੰ ਇਹ ਪਤਾ ਆ ਕਿ ਹਾਈਡਰੋਜਨ ਜਾਂ ਆਕਸੀਜਨ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ, ਕਿੰਨੇ ਪ੍ਰੋਟੋਨ ਨੇ, ਹਨਾ। ਤੇ ਜਦੋਂ ਇਹ ਸਵਾਲ ਮੈਂ ਤੁਹਾਨੂੰ ਪੁੱਛਾਂਗਾ, ਤੁਹਾਨੂੰ ਨਹੀਂ ਪਤਾ ਹੋਏਗਾ, ਤਾਂ ਤੁਹਾਨੂੰ ਇਉਂ ਲੱਗੇਗਾ ਕਿ ਇਹ ਜਿਹੜਾ ਸਕਰੀਨ ਤੇ ਬੋਲ ਰਿਹਾ ਆ ਅਮਨਦੀਪ ਸਿੰਘ, ਇਹ ਬੜਾ ਗਿਆਨੀ ਹੈ ਤੇ ਮੈਨੂੰ ਗਿਆਨ ਹੈ ਨਹੀਂ ਇਸ ਚੀਜ਼ ਦਾ। ਇਹ ਆਪਣੇ ਆਪਣੇ ਮੀਟਰ ਨੇ ਕਿ ਗਿਆਨ ਕਿਸੇ ਨੂੰ ਕਿਸੇ ਚੀਜ਼ ਦਾ, ਕਿਸੇ ਨੂੰ ਕਿਸੇ ਚੀਜ਼ ਦਾ। ਅਸਲ ਦੇ ਵਿੱਚ ਧਰਮ ਦੇ ਵਿੱਚ ਜਿਹੜਾ ਗਿਆਨ ਹੈ, ਜਾਂ ਆਪਣੇ ਅਧਿਆਤਮ ਦੇ ਵਿੱਚ ਜਿਹੜਾ ਗਿਆਨ ਹੈ, ਉਹ ਧਰਮ ਦੀ ਸਮਝ ਨੂੰ, ਧਰਮ ਦੀਆਂ ਬਰੀਕੀਆਂ ਨੂੰ, ਜਿਹੜਾ ਅਸੀਂ ਮੈਥਡ ਅਪਣਾਇਆ ਹੋਇਆ ਆ ਇਸ ਪਾਸੇ ਜਾਣ ਦੇ ਲਈ, ਆਪਣੀ ਰੂਹਾਨੀ ਮੋਕਸ਼ ਦੇ ਵੱਲ ਨੂੰ ਜਾਣ ਦੇ ਲਈ, ਜਿਹੜਾ ਅਸੀਂ ਬਾਹਰੀ ਮੈਥਡ, ਰੂਟੀਨ ਆਪਾਂ ਫੋਲੋ ਕਰ ਰਹੇ ਹਾਂ, ਜੇ ਤੁਹਾਨੂੰ ਉਸ ਦੀ ਸਮਝ ਆ ਗਈ ਡਿਟੇਲ, ਉਸ ਨੂੰ ਗਿਆਨ ਕਹਿੰਦੇ ਨੇ। ਗਿਆਨ, ਗਿਆਨ ਦਾ ਮਤਲਬ ਹੁੰਦਾ ਗੁਪਤ। ਗੱਗਾ ਹੁੰਦਾ ਗੁਪਤ, ਜਿਸ ਤਰ੍ਹਾਂ ਗੁਰੂ ਦੇ ਵਿੱਚ ਗੁਰੂ, ਗੂ ਤੇ ਰੂ ਦੋ ਅੱਖਰਾਂ ਤੋਂ ਬਣਿਆ। ਗੂ ਦਾ ਮਤਲਬ ਹੁੰਦਾ ਗੁਪਤ ਤੇ ਰੂ ਦਾ ਮਤਲਬ ਹੁੰਦਾ ਰੌਸ਼ਨੀ, ਮੋਸ਼ਨ 'ਚ। ਗੁਰੂ ਦੋਨਾਂ 'ਚ ਹੀ ਚੱਲਦਾ ਹੈ, ਦੋਨਾਂ ਦਾ ਗਿਆਨ ਹੁੰਦਾ। ਪ੍ਰੈਕਟੀਕਲ ਦਾ ਵੀ ਗਿਆਨ ਹੁੰਦਾ ਤੇ ਉਸ ਦੇ ਵਿੱਚ ਥਿਊਰੀ ਦਾ ਵੀ ਗਿਆਨ ਹੁੰਦਾ, ਉਸ ਨੂੰ ਗੁਰੂ ਕਹਿੰਦੇ ਨੇ। ਹੁਣ ਗਿਆਨ ਦਾ ਮਤਲਬ ਇਹ ਹੁੰਦਾ ਵੀ ਜੋ ਗੁਪਤ ਦੇ ਵਿੱਚ ਚੱਲ ਰਹੇ ਨੇ ਸਿਧਾਂਤ, ਉਸ ਦੀ ਸਮਝ ਆ ਜਾਣੀ, ਥਿਊਰੀ ਦੀ ਸਮਝ ਆ ਜਾਣੀ, ਉਸ ਨੂੰ ਗਿਆਨ ਕਹਿੰਦੇ ਨੇ। ਗੁਪਤ ਦਾ ਆਣਾ, ਗੁਪਤ ਦੇ ਨੌਲੇਜ ਦਾ ਆਣਾ, ਉਸ ਨੂੰ ਗਿਆਨ ਕਹਿੰਦੇ ਨੇ। ਤਰਤੀਬ ਦੇ ਵਿੱਚ ਇਹ ਦੂਜਾ ਖੰਡ ਹੈ, ਪਹਿਲਾ ਧਰਮ ਖੰਡ ਹੈ। ਹੁਣ ਇਸ ਨੂੰ ਤੋੜ ਕੇ ਨਹੀਂ ਦੇਖਣਾ ਚਾਹੀਦਾ, ਇਸ ਨੂੰ ਇਦਾਂ ਦੇਖਣਾ ਚਾਹੀਦਾ ਕਿ ਧਰਮ ਖੰਡ ਤੁਸੀਂ ਅਪਣਾ ਲਿਆ, ਤੁਹਾਨੂੰ ਸਿਸਟਮ ਬੇਸ ਪਤਾ ਲੱਗ ਗਿਆ, ਹੁਣ ਉਸ ਦੀਆਂ ਬਰੀਕੀਆਂ ਉਹ ਤੁਹਾਨੂੰ ਸਮਝ ਆਣੀਆਂ। ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਜਦੋਂ ਇੱਕ ਸਿੱਖ ਇੱਕ ਅਧਿਆਤਮ ਮਾਰਗ ਦੇ ਉੱਤੇ ਤੁਰਿਆ, ਕੋਈ ਵੀ ਸਿੱਖ, ਉਸ ਨੂੰ ਇਸ ਚੀਜ਼ ਦੀ ਸੋਝੀ ਹੋ ਜਾਂਦੀ ਹੈ ਇਲਾਹੀ ਧਰਮ ਦੀ, ਤਾਂ ਫਿਰ ਉਸ ਦੇ ਅੰਦਰ ਇੱਕ ਗਿਆਨ ਲੈਣ ਦੀ ਇੱਕ ਤੀਬਰ ਇੱਛਾ ਹੋ ਜਾਂਦੀ ਹੈ, ਪ੍ਰਚੰਡ ਹੋ ਜਾਂਦਾ ਗਿਆਨ, ਪਰ ਮੈਨੂੰ ਪਤਾ ਲੱਗੇ। ਤੇ ਇਹ ਜਿਹੜਾ ਸਿਸਟਮ ਹੈ, ਜਿਹੜਾ ਆਪਾਂ ਧਰਮਖੰਡ ਦੇ ਵਿੱਚ ਦੇਖਿਆ ਕਿ ਉਹ ਦਰਬਾਰ ਕੀ ਹੈ, ਉਹ ਸ਼ਬਦ ਕੀ ਹੈ, ਉਹ ਨਾਮ ਕੀ ਹੈ, ਉਹ ਮੈਥਡ ਕੀ ਆ, ਮੈਂ ਕਿੱਦਾਂ ਇੱਥੇ ਤੱਕ ਪਹੁੰਚਾਂ, ਵਿਧੀ ਕੀ ਹੈ, ਉੱਥੇ ਫਿਰ ਉਹ ਗਿਆਨ ਜਿਹੜਾ ਪ੍ਰਚੰਡ ਹੁੰਦਾ। ਤਿੱਥੇ ਨਾਦ ਵਿਨੋਦ ਕੋਡ ਆਨੰਦ। ਅਕਸਰ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਜਦੋਂ, ਤਾਂ ਕਈ ਵਾਰੀ ਸਾਤੋਂ ਸਵਾਲ ਨਹੀਂ ਨਿਕਲਦਾ, ਹੋਮਵਰਕ ਨਹੀਂ ਕੀਤਾ, ਸਾਨੂੰ ਡਰ ਲੱਗਦਾ ਹੈ। ਪਰ ਜਿਹੜੇ ਸਟੂਡੈਂਟ ਇਕਾਗਰ ਹੋ ਕੇ ਆਪਣੇ ਵਿਸ਼ੇ ਤੇ ਕੰਮ ਕਰਦੇ ਨੇ, ਉਹਨਾਂ ਨੇ ਹੋਮਵਰਕ ਕੀਤਾ ਹੁੰਦਾ ਆ, ਉਹ ਸਕੂਲੇ ਜਾਂਦੇ ਨੇ, ਉਹਨਾਂ ਨੂੰ ਬੜਾ ਕੌਨਫੀਡੈਂਸ ਹੁੰਦਾ ਆ ਕਿ ਅੱਜ ਮੈਂ ਆਪਣਾ ਕੰਮ ਪੂਰਾ ਕੀਤਾ, ਬਿਲਕੁਲ ਸਹੀ ਆ, ਤੇ ਮੈਨੂੰ ਟੀਚਰ ਨੇ ਸ਼ਾਬਾਸ਼ ਦੇਣੀ ਆ, ਮੈਂ ਹੋਰ ਸਿੱਖਣਾ ਹੈ। ਇਹ ਹੁਸ਼ਿਆਰ ਸਟੂਡੈਂਟਸ ਦੀ ਗੱਲ ਚੱਲ ਰਹੀ ਹੈ, ਜਿਨ੍ਹਾਂ ਨੇ ਉਸ ਕਲਾਸ ਨੂੰ ਅਡਾਪਟ ਕਰ ਲਿਆ ਹੈ, ਜਿੱਦਾਂ ਧਰਮ ਨੇ ਅਡਾਪਟ ਕਰ ਲਿਆ, ਧਰਮ ਨੂੰ ਅਡਾਪਟ ਕਰ ਲਿਆ ਕਿ ਮੈਂ ਧਰਮ ਸਿੱਖਣਾ ਆ, ਹੁਣ ਮੈਨੂੰ ਗਿਆਨ ਚਾਹੀਦਾ, ਤੇ ਉਹ ਗਿਆਨ ਪ੍ਰਚੰਡ ਹੋ ਜਾਂਦਾ, ਉਹ ਲੈਣ ਵਾਸਤੇ ਤੀਬਰ ਹੋ ਜਾਂਦੇ ਨੇ। ਤੇ ਫਿਰ ਉਹਨਾਂ ਨੂੰ ਉਸ ਅਵਸਥਾ ਦੇ ਵਿੱਚ ਤਿੱਥੇ ਨਾਦ ਵਿਨੋਦ ਕੋਡ ਆਨੰਦ। ਤੇ ਹੁਣ ਗਿਆਨ ਖੰਡ ਦਾ ਕਰਮ ਆਪਾਂ ਦੇਖ ਤਾਂ ਲਿਆ ਕਿ ਜਿਹੜਾ ਸਟੂਡੈਂਟ ਹੈ ਧਰਮ ਦਾ, ਉਸ ਨੂੰ ਬੜਾ ਆਨੰਦ ਆ ਰਿਹਾ ਹੈ।
ਹੁਣ ਇਸ ਦਾ ਕਰਮ ਕੀ ਹੈ, ਇਸ ਦਾ ਮੈਥਡ ਕੀ ਹੈ ਕਿ ਕੇਤੇ ਪਵਨ ਪਾਣੀ ਬਸੰਤਰ, ਪਵਨ ਹਵਾ, ਪਾਣੀ ਪਾਣੀ ਜਲ, ਬਸੰਤਰ ਅੱਗ, ਕੇਤੇ ਕਾਨ ਮਹੇਸ਼, ਕਿ ਜਿੰਨੀਆਂ ਟਰਮਸ ਸਾਨੂੰ ਦਿੱਤੀਆਂ ਜਾ ਰਹੀਆਂ ਨੇ, ਕਾਨ ਕੌਣ ਹੈ, ਮਹੇਸ਼ ਕੌਣ ਹੈ, ਇਹਦੀ ਡੀਪ ਹੇਠਾਂ ਜਾ ਕੇ ਇਹ ਕਿਹਦੇ ਬਿੰਬ ਨੇ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ, ਬ੍ਰਹਮਾ ਨੂੰ ਇੱਥੇ ਕਿਹਾ ਗਿਆ ਹੈ ਕਿ ਉਸ ਨੇ ਕਿੰਨੀ ਤਰ੍ਹਾਂ ਦੀ ਕ੍ਰੀਏਸ਼ਨ ਕੀਤੀ, ਕਿਸ ਤਰ੍ਹਾਂ ਕੀਤੀ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਇਹ ਗਿਆਨ ਖੰਡ ਦੇ ਵਿੱਚ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ। ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼, ਕਿ ਕਿੰਨੇ ਜਿਹੜੇ ਨੇ ਕਰਮ ਭੂਮੀ ਨੇ, ਕਿੰਨੇ ਤਰ੍ਹਾਂ ਦੇ ਕਰਮ ਕੀਤੇ ਜਾ ਸਕਦੇ ਨੇ, ਔਰ ਕਿੰਨੇ ਉਪਦੇਸ਼ ਬੇਸ ਨੇ। ਧੂ ਦਾ ਮਤਲਬ ਇੱਥੇ ਬੇਸ ਹੈ, ਧਰੂ, ਕਿੰਨੇ ਬੇਸ ਨੇ ਜਿਨ੍ਹਾਂ ਦੇ ਦੁਆਲੇ ਉਪਦੇਸ਼ ਦਿੱਤੇ ਜਾਂਦੇ ਨੇ। ਕਿਹੜਾ ਉਪਦੇਸ਼ ਤੁਸੀਂ ਲੈਣਾ ਹੈ? ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਪਲੈਨਟ ਦੇ ਉੱਤੇ, ਇਸ ਧਰਤੀ ਦੇ ਉੱਤੇ ਕਿੰਨੇ ਕੰਟੀਨੈਂਟ ਨੇ, ਕਿੰਨੇ ਕੰਟਰੀ ਨੇ। ਇਹ ਇੱਕ ਪ੍ਰੀਸੈਟ ਹੈ, ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਇਹਨਾਂ ਚੀਜ਼ਾਂ ਨੂੰ ਅਸੀਂ ਅਗਿਆਨੀ ਅਖਵਾਵਾਂਗੇ। ਸਾਨੂੰ ਪਤਾ ਹੋਣਾ ਚਾਹੀਦਾ ਇਸ ਲੈਵਲ ਦੀ ਸਾਡੀ ਜਿਹੜੀ ਇੰਟਲੈਕਟ ਅਸੀਂ ਡਿਵੈਲਪ ਕਰਨਾ ਹੈ। ਗੁਰੂ ਸਾਹਿਬ ਕਹਿੰਦੇ ਅਸੀਂ ਫੋਕਟ ਕਰਮ ਨਹੀਂ ਕਰਨੇ, ਅਸੀਂ ਡਿੰਗਾ ਨਹੀਂ ਮਾਰਨੀਆਂ, ਪਤਾ ਸਾਨੂੰ ਕੁਝ ਵੀ ਨਹੀਂ ਹੋਵੇ। ਸੋ ਜਿੰਨਾ ਗਿਆਨ ਅਸੀਂ ਗ੍ਰਹਿਣ ਕਰ ਸਕਦੇ ਹਾਂ ਉਹ ਅਸੀਂ ਕਰਨਾ ਹੈ। ਕੇਤੇ ਸਿੱਧ ਬੁੱਧ ਨਾਥ, ਕੇਤੇ ਦੇਵੀ ਵੇਸ। ਕਿੰਨੇ ਹੋਰ ਪੀਰ ਪੈਗੰਬਰ ਹੋਏ ਨੇ, ਕਿੰਨੀਆਂ ਦੇਵੀਆਂ ਹੋਈਆਂ ਨੇ, ਇਹ ਸਾਰਾ ਕੁਝ ਸਾਨੂੰ ਪਤਾ ਹੋਣਾ ਚਾਹੀਦਾ। ਕੇਤੀਆਂ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਖਾਣੀਆਂ ਕਿੰਨੀਆਂ ਨੇ, ਕ੍ਰੀਏਸ਼ਨ ਦੇ ਵਿੱਚ ਕਿੰਨੇ ਤਰ੍ਹਾਂ ਨਾਲ ਜੀਵ ਉਪਜਦੇ ਨੇ। ਕੋਈ ਜੇਰ ਤੋਂ ਜੰਮ ਰਿਹਾ ਆ, ਕੋਈ ਪਾਣੀ 'ਚ ਜਨਮ ਲੈ ਰਿਹਾ ਆ, ਕੋਈ ਕਿਸੇ ਤਰ੍ਹਾਂ ਜਨਮ ਰਿਹਾ। ਕਿੰਨੇ ਨੇ, ਕਿੰਨੀਆਂ ਕੇਤੀਆਂ ਬਾਣੀ, ਕਿੰਨੇ ਤਰ੍ਹਾਂ ਦੀਆਂ ਸਾਊਂਡਸ ਨੇ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਕੇਤੀ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾਨਕ। ਸੁਰਤ ਜਿਹੜੀ ਕੀ ਆ, ਹੁਣ ਆਪਾਂ ਇੱਥੇ ਅੰਦਰਲੀਆਂ ਗੱਲਾਂ ਵੀ, ਗੁਰੂ ਸਾਹਿਬ ਸਾਨੂੰ ਅੰਦਰਲੀਆਂ ਗੱਲਾਂ ਵੀ ਪਤਾ ਹੋਣੀਆਂ ਚਾਹੀਦੀਆਂ ਕਿ ਸਾਡਾ ਸਰੀਰ ਜਿਹੜਾ ਹੈ, ਸਾਡੀ ਜਿਹੜੀ ਮਨ ਹੈ, ਸਾਡੀ ਸੁਰਤੀਆਂ ਨੇ, ਇਨਵਿਜ਼ੀਬਲ ਜਿਹੜਾ ਸਾਡਾ ਹਾਰਡਵੇਅਰ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ। ਸਾਡੇ ਅੰਦਰ ਜਿਹੜੀ ਸੌਫਟਵੇਅਰ ਚੱਲ ਰਹੀ ਹੈ ਉਹਦਾ ਵੀ ਪਤਾ ਹੋਣਾ ਚਾਹੀਦਾ। ਸਾਡੇ ਅੰਦਰ ਜਿਹੜੀ ਫਰਮਵੇਅਰ ਚੱਲ ਰਹੀ ਹੈ ਉਹਦਾ ਵੀ ਪਤਾ ਹੋਣਾ ਚਾਹੀਦਾ। ਜਿਹੜੀ ਸਾਡੀ ਸੁਰਤ ਨੇ, ਇਹ ਸੌਫਟਵੇਅਰਸ ਨੇ, ਉਹਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਮੈਥਡ ਦੇ ਨਾਲ ਸਾਡੀ ਜਿਹੜੀ ਸੁਰਤ ਹੈ ਉਹ ਮਤ ਨੂੰ ਐਕਸੈਸ ਕਰਦੀ ਹੈ, ਮਤ ਜਿਹੜੀ ਆ ਬੁੱਧੀ ਨੂੰ ਐਕਸੈਸ ਕਰਦੀ ਹੈ, ਰੈਕੋਰਡਸ ਰੀਡਿੰਗ ਕਰਦੀ ਹੈ, ਸਟੋਰੇਜ ਕਰਦੀ ਹੈ, ਤੇ ਉਹ ਮਨ ਨੂੰ ਕਿੱਦਾਂ ਰਿਪੋਰਟ ਕਰਦੀ ਹੈ। ਇਹ ਸਾਨੂੰ ਪਤਾ ਹੋਣਾ ਚਾਹੀਦਾ। ਇਹ ਗਿਆਨ ਖੰਡ ਹੈ। ਔਰ ਇਹ ਧਰਮ ਖੰਡ ਨੂੰ ਅਪਣਾਉਣ ਤੋਂ ਬਾਅਦ ਜਦੋਂ ਗੁਰੂ ਦੇ ਲੜ ਲੱਗਦਾ ਹੈ ਇੱਕ ਸਿੱਖ, ਤਾਂ ਉਹ ਗੁਰੂ ਆਪਣੇ ਸਿੱਖ ਨੂੰ ਇਹਨਾਂ ਸਿਧਾਂਤਾਂ ਦੇ ਬਾਰੇ ਗਿਆਨ ਦਿੰਦਾ ਹੈ, ਉਹਨੂੰ ਟ੍ਰੇਨ ਕਰਦਾ ਹੈ। ਇਸ ਸਿਧਾਂਤ ਨੂੰ, ਗਿਆਨ ਦੇ ਸਿਧਾਂਤ ਨੂੰ, ਧਰਮ ਦੇ ਸਿਧਾਂਤ ਨੂੰ ਚੌਥੇ ਪਾਤਸ਼ਾਹ ਨੇ ਲਾਵਾਂ ਦੇ ਵਿੱਚ ਜਿਹੜੀਆਂ ਕਿ 4 ਖੰਡ ਨੇ, ਉਹ ਵੀ ਉਹਨਾਂ ਦੇ ਵਿੱਚ 4 ਜਿਹੜੀਆਂ ਪੌੜੀਆਂ ਨੇ ਕਿ ਕਿਸ ਤਰ੍ਹਾਂ ਇੱਕ ਸਿੱਖ ਪੁਆਇੰਟ A ਤੋਂ ਲੈ ਕੇ ਮੋਕਸ਼ ਤੱਕ ਪਹੁੰਚਦਾ ਹੈ, Z ਤੱਕ। ਉਹ ਕਹਿੰਦੇ ਨੇ ਕਿ ਹਰ ਪਹਿਲੜੀ ਲਾਮ, ਪਹਿਲੇ ਗੇੜ ਦੇ ਵਿੱਚ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ। ਜਿਹੜਾ ਅਸੀਂ ਪਹਿਲਾਂ ਕੰਮ ਕਰ ਰਹੇ ਹੁੰਦੇ ਨਾ, ਉਸ ਦੇ ਵਿੱਚ ਚੇਂਜਸ ਲਿਆਉਣੀਆਂ। ਉਸਨੇ ਸਾਨੂੰ ਮੈਂਟਰ ਕੀਤਾ, ਸਾਡੀ ਮੈਂਟਰਿੰਗ ਕੀਤੀ। ਬਾਣੀ ਬ੍ਰਹਮਾ ਵੇਦ ਧਰਮ ਦਿਰੜ, ਪਾਪ ਦਜਾਇਆ ਬਲਰਾਮ ਜੀ। ਜਿਹੜੇ ਬਾਣੀ ਦੇ ਨਾਲ ਸਾਨੂੰ ਜੋੜਿਆ, ਬ੍ਰਹਮਾ ਵੇਦ ਧਰਮ ਦਿਰੜ, ਬ੍ਰਹਮਾ ਦਾ ਜਿਹੜਾ ਵੇਦ, ਜਾਣੀ ਕਿ ਜਿਹੜਾ ਅਕਾਲ ਪੁਰਖ ਦਾ ਧਰਮ ਹੈ, ਉਹਦੇ ਨਾਲ ਸਾਨੂੰ ਜੋੜਿਆ। ਇੱਥੇ ਇਹਦਾ ਮਤਲਬ ਇਹ ਆ, ਆਪਾਂ ਇਹਨੂੰ ਡਾਇਰੈਕਟ ਵੇਦ ਵੀ ਨਹੀਂ ਕਹਿ ਸਕਦੇ, ਪਰ ਜਿਹੜਾ ਇਲਾਹੀ ਧਰਮ ਹੈ ਸਾਨੂੰ ਉਹਦੇ ਨਾਲ ਜੋੜਿਆ। ਪਾਪ ਤਜਾਇਆ ਬਲਰਾਮ ਜੀ। ਤੇ ਜਿਹੜੇ ਵੇਦ ਸੀ, ਜਿਹੜੀ ਨੌਲੇਜ ਸੀ ਇਲਾਕੇ ਦੀ, ਉਸ ਨੂੰ ਗ੍ਰਹਿਣ ਕਰਨ ਦੇ ਲਈ ਕਿਹਾ, ਔਰ ਸਾਡੇ ਜਿਹੜੇ ਵਿਕਾਰਾਂ ਵੱਲ ਭੱਜ ਰਹੇ ਮਨ ਨੂੰ ਖਿੱਚ ਕੇ ਫੋਕਸ ਕੀਤਾ ਗਿਆਨ ਦੇ ਕੇ। ਇਹ ਦੂਜਾ ਫੇਜ਼ ਹੈ। ਪਹਿਲਾਂ ਧਰਮ ਦ੍ਰਿੜਾਇਆ, ਫਿਰ ਗਿਆਨ ਦਿੱਤਾ। ਹੁਣ ਜਦੋਂ ਗਿਆਨ ਦਿੱਤਾ,
ਉਸ ਤੋਂ ਬਾਅਦ ਕੀ ਹੋਣਾ ਹੈ, ਇਹ ਸਰਮਖੰਡ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਵਿਚਾਰ ਕਰਾਂਗੇ।